ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਇ। ਅਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜਿ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾਇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ न ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਵਰਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਲਿਆ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾਇ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾਇ। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਪਾਤਸ਼ਾਹ ਕੀਤਾ ਲੋੜੀਏ ਕੰਮ ਸੁਹਰ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨਹੀਂ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखली बचीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलने जिन्ना मेरिया उच्चा सुच्चा नाम चेता वे। श्री गुरु नानक नाम चढ़दी कला, तेरे पानी सरबत का पला। तार्य जान गया विमान, जिन्हें दर्शन पाया, जिन्हें
ਤੁਧਨੋ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕਿਆ ਤਿਨ ਜਮ ਨੇੜ ਨਾਇਆ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ
ਤੁਧਨੋ ਤਨ ਕੇ ਤਿਨ ਜਮ ਤਾਰਿਆ ਜਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕੇ ਤਿਨ ਜਮ ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧਨੋ ਤਨ ਕੇ ਮਨ ਸਾਚਾ सोए साचा तेरा नाम जी निरपौ ते निर्वैर है मेरे सतगुरु सेवा राम जी सतगुरु सेवा राम साढ़े अंग संग होए सहाय सतगुरु सेवा राम जी साढ़े अंग संग होए सहाय साहिब संत माता जी ने कीता है कमाल सारियां नू इकट्ठा करके रखिया है समान नाम जपदे नाम जपांदे यह इन्हां दा कारोबार धन धन श्री गुरु नानक जावा चरना तो बलिहारे धन धन छेवें पातशाह जावा चरना तो बलिहारे धन धन साहिब संत माता जी दे चरना तो आप जी की सदाई जय तन तन संत माता जी आप जी नू कोट कोट नमस्कार दंडोत बंदन अनेक बार सर्व कला समरथ डोलन तेरा खो प्रभु नानक दे कर हथ नूर अरसों कुरसों चटिए तुद डिठे सच्चे पातशाह मल जन्म जन्म दे कटिए सच जे गुरपुर माया क्यों एदो बोलो हटिए तुद डिठे सच्चे पातशाह मल जन्म जन्म दी कटिए तुद डिठे सच्चे पातशाह मल जन्म जन्म दी कटिए एक ओंकार सतगुर प्रसाद तन तन श्री सतगुरु बालक सिंह साहिब सच्चे पातशाह जी तन तन श्री सतगुरु संगता साहिब सच्चे पातशाह जी तन तन श्री सतगुरु नारायण दास सच्चे पातशाह जी तन तन श्री सतगुरु साधु राम साहिब सच्चे पातशाह जी। साखी भाई परमानंद पंजा साहिब वाले दे जंदड़ लगाण दी श्री सतगुरु भगवान दास जी दी ज़बानी। पूर्णमाशी दा दिन सी ते दूर दूर तो संगतां श्री सतगुरु भगवान दास जी दे दर्शनां नूं आईयां होईयां सन। श्री सतगुरु जी
ਗੁਰਦੁਆਰੇ ਵਿੱਚ ਬੈਠੇ ਇਸ ਸ਼ਬਦ ਦੀ ਕਥਾ ਕਰ ਰਹੇ ਸਨ। ਆਸਾ ਮਹੱਲਾ ਪੰਜਵਾਂ। ਨੌ ਨਿਧ ਤੇਰੇ ਸਗਲ ਨਿਧਾਨ, ਇੱਛਾ ਪੂਰਕ रखै निदान। तू मेरो प्यारो ता कैसी भूखा, तू मन वसिया लगे न दुखा रहाओ। जो तू करह सोई परवान, साचे साहिब तेरा सच फुरमान। जा तुद पावे ता हर गुण गाऊं, तेरे कर सदा सदा है न्याओ। साचे साहिब अलख अपेव, नानक लाया लागा सेव। श्री सतगुरु भगवान दास जी फरमा रहे हैं, जो श्री सतगुरु अर्जन देव जी अकाल पुरख अगे बेनती कर रहे हैं, हे श्री परमेश्वर रूप सतगुरु, नौ निधियां ਅਤੇ ਸਾਰੇ ਪਦਾਰਥ ਤੇਰੇ ਖਜ਼ਾਨੇ ਵਿੱਚ ਮੌਜੂਦ ਹਨ। ਤੁਸੀਂ ਆਪਣੇ ਦਾਸਾਂ ਦੀਆਂ ਇੱਛਾਵਾਂ ਦੇ ਪੂਰਨ ਕਰਨ ਵਾਲੇ ਸਮਰੱਥ ਪੁਰਖ ਹੋ ਤੇ ਸਾਰੇ ਰੋਗਾਂ ਨੂੰ ਜਾਣਨਹਾਰ ਹੋ ਅਤੇ ਰੱਖਿਆ ਕਰਨ ਵਾਲੇ ਵੀ ਹੋ। हे परमेश्वर रूप सतगुरु जी, जद तू मेरा प्यारा है, मेरे कोल है, ਤਾਂ ਮੈਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੋ ਸਕਦੀ। ਜਦ ਤੂੰ ਮਨ ਵਿੱਚ ਵਸ ਰਿਹਾ ਹੈ ਤਾਂ ਫਿਰ ਕੋਈ ਦੁੱਖ ਨਹੀਂ ਲੱਗ ਸਕਦਾ। हे परमेश्वर रूप सतगुरु जी, ਜੋ ਤੂੰ ਕਰਦਾ ਹੈ ਉਹੀ ਪ੍ਰਵਾਨ ਹੁੰਦਾ ਹੈ, ਉਹ ਸਭ ਮੈਨੂੰ ਪ੍ਰਵਾਨ ਹੈ। सच्चे साहिब तेरा हुक्म भी सच्चा है। हे सतगुरु जी, ਜਦੋਂ ਤੈਨੂੰ ਭਾਵੇ ਤਾਂ ਹੀ ਤੇਰੇ ਗੁਣਾਂ ਦਾ ਗਾਇਨ ਕਰਨਾ ਹੁੰਦਾ ਹੈ। ਤੇਰੇ ਘਰ ਵਿੱਚ ਹਮੇਸ਼ਾ ਹੀ ਨਿਆਂ ਹੁੰਦਾ ਹੈ। ਉਹ ਅਕਾਲ ਪੁਰਖ ਸਮਝ ਤੋਂ ਪਰੇ ਹੈ ਅਤੇ ਉਸ ਦਾ ਭੇਦ ਵੀ नहीं पाया जा सकता। श्री गुरु अर्जन देव जी फरमाते हैं, हे सच्चे साहिब जी, मैं तेरा लगाया होया ही तेरी सेवा विच लगा होया हाँ। जब श्री सतगुरु जी कथा कर रहे सन तां एक सिख ने बेनती की थी, कोई साखी प्रमाण वजों संगतां नूं सुनाओ जी। इस बेनती ਨੂੰ ਪ੍ਰਵਾਨ ਕਰਕੇ ਸ੍ਰੀ ਸਤਗੁਰੂ ਜੀ ਨੇ ਦੱਸਿਆ ਕਿ ਸ੍ਰੀ ਸਤਗੁਰੂ ਸਾਧੂ ਰਾਮ ਜੀ ਦਾ ਇੱਕ ਸੇਵਕ ਭਾਈ ਪਰਮਾਨੰਦ ਸੁਨਿਆਰ ਪੰਜਾ ਸਾਹਿਬ ਰਹਿੰਦਾ ਸੀ। ਇੱਕ ਦਿਨ ਉਹਨਾਂ ਦਾ ਇੱਕ ਮਿੱਤਰ ਭਾਈ ਆਸਾ ਸਿੰਘ ਉਸਦੇ ਕੋਲ ਆਇਆ ਤੇ ਜੰਦਰ ਪੰਚੱਕੀ ਲਗਵਾਉਣ ਲਈ ਆਖਿਆ। ਤਾਂ ਭਾਈ ਪਰਮਾਨੰਦ ਨੇ ਜਵਾਬ ਦਿੱਤਾ, ਮੈਂ ਤਾਂ ਗਰੀਬ ਆਦਮੀ ਹਾਂ ਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹਾਂ। ਮੇਰੇ ਕੋਲ ਇਤਨੀ ਮਾਇਆ ਕਿੱਥੇ ਕਿ ਮੈਂ ਜੰਦਰ ਲਗਾਵਾਂ। ਇਸ ਗੱਲ 'ਤੇ ਕੁਝ ਹੀ ਚਿਰ ਬਾਅਦ ਸ੍ਰੀ ਸਤਗੁਰੂ ਸਾਧੂ ਰਾਮ ਜੀ ਕਿਸੇ ਕੰਮ ਲਈ ਪੰਜਾ ਸਾਹਿਬ ਆਏ ਤਾਂ ਭਾਈ ਪਰਮਾਨੰਦ ਦੀ ਦੁਕਾਨ 'ਤੇ ਵੀ ਗਏ। ਭਾਈ ਪਰਮਾਨੰਦ ਨੇ ਉੱਠ ਕੇ ਸ੍ਰੀ ਸਤਗੁਰੂ ਸਾਧੂ ਰਾਮ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਸ੍ਰੀ ਸਤਗੁਰੂ ਜੀ ਨੂੰ ਆਪਣੀ ਗੱਦੀ 'ਤੇ ਬਿਠਾਇਆ ਅਤੇ ਆਪ ਸਤਗੁਰਾਂ ਦੇ ਚਰਨਾਂ ਵਿੱਚ ਬਹਿ ਗਏ। ਸਤਗੁਰੂ ਜੀ ਨੇ ਹਾਲ ਚਾਲ ਪੁੱਛਿਆ ਤਾਂ ਭਾਈ ਪਰਮਾਨੰਦ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, आप जानी जान अंतरजामी सतगुरु जी हो। दाता जी, कुछ दिन होए मेरा मित्र भाई आसा राम सिंह मेरे कोल आया सी ਅਤੇ ਜੰਦਰ ਲਗਵਾਉਣ ਲਈ ਆਖਦਾ ਸੀ। ਮੈਂ ਤਾਂ ਉਸ ਨੂੰ ਜਵਾਬ ਦਿੱਤਾ
कि मेरे पास इतनी समर्था नहीं जे जंदर लगा सकां। भाई परमानंद दी निम्रता भरी बेनती सुन के श्री सतगुरु साधु राम जी बख्शिशां दे घर विच आ गए अते फरमाया, परमानंद अपने पुत्र रामचंद नूं आख जो दुकान विच जो भी धातु सोना पित्तल तांबा चांदी आदि है उसनूं एक कुठाली विच पा के ले आवे। तां भाई परमानंद ने अपने पुत्र रामचंद नूं श्री सतगुरु जी दे हुक्म दी पालना करन लई आख्या अते रामचंद ने इउं ही कीता। सारियां धातुआं कुठाली विच पा के ले आया। सतगुरां ने रामचंद नूं हुक्म कीता कि कुठाली नूं पट्ठी ते रख के फूंकणी मारदा जा। रामचंद ने सतगुरां दे हुक्म दी पालना करदियां पट्ठी विच कोले पा के उपर कुठाली रख दिती अते फूंकणी मारनी शुरू कर दिती। कुछ चिर बाद श्री सतगुरु जी किसे कम दुकान तो बाहर चले गए अते रामचंद फूकणी मारदा रहा। धातुआं पिघल गईयां। वो सतगुरु जी की उड़ीक करता रहा। जब सतगुरु जी काफ़ी देर तक वापस ना आए तां भाई परमानंद ने रामचंद नूं आख्या, पुत्र हुण तू फूकणी बंद कर दे। जब रामचंद ने कोले एक पासे कीते तां परमानंद ने वेख्या कि जो कुछ कुठाली विच पिया सी वो सब सोना बन गया है। श्री सतगुरु जी दा ये चोज वेख के परमानंद ने अपने पुत्र रामचंद नूं आख्या, कट कट दे जाननहार सतगुरु जी ने जंदर लगवाउण लई माया दी बख्शिश कर दी है। ये चोज वेख के उन्होंने पंजा साहिब विखे सतगुरां दी बहुत खोज पाल की थी। तां अंत विच उन्हां नूं पता लगा कि साहिब जी तां काफ़ी देर पहला ही कैमलपुर छावनी वापस चले गए हैं। घर आके भाई परमानंद ने सतगुरां जी दे कौतक बारे सारे परिवार नूं दस्या अते अगले दिन सवेरे भाई परमानंद अपने मित्र भाई आसा सिंह कोल गया अते जंदर लगवाउण दा काम शुरू करन लई उसनूं आख्या। तां भाई आसा सिंह ने पूछया, भाई तू तां आखदा से कि मेरे पास माया दी कमी है, हुण माया कित्थों आ गई। ये सुन के भाई परमानंद ने भाई आसा सिंह नूं श्री सतगुरु साधु राम जी दे कौतक दी सारी वार्ता सुनाई ते कहा, श्री सतगुरु साधु राम जी बख्शिश कर गए हैं। ये सुन के भाई आसा सिंह ने भी श्री सतगुरु जी नूं धन धन किया ते उन्हां सिखां नूं भी धनता योग आख्या जड़े भाई परमानंद वांग अपने सतगुरां नूं रिझा लैंदे हैं। जंदर लगाउण दा काम शुरू करन तो पहला चबलाटी जिथे जंदर लगने सन उत्थे श्री सतगुरु जी लई एक पौरा भी बनवाया गया तां जो जदों वो आउण तां एकांत विच बह के भजन सिमरन करया करन। फिर 3 जंदर भाई परमानंद ने अते 3 ही भाई आसा सिंह ने चबलाटी नदी विच लगाए। जद श्री सतगुरु साधु राम जी
ਉੱਥੇ ਜਾਂਦੇ ਤਾਂ ਪੋਰੇ ਵਿੱਚ ਬੈਠ ਕੇ ਭਜਨ ਬੰਦਗੀ ਕਰਦੇ ਹੁੰਦੇ ਸਨ। ਇਸ ਤੋਂ ਬਾਅਦ ਸਤਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਬਖਸ਼ਿਸ਼ ਦੁਆਰਾ ਭਾਈ ਪਰਮਾਨੰਦ ਨੂੰ ਮਾਇਆ ਦੀ ਕਦੇ ਤੋਟ ਨਹੀਂ ਆਈ। ਉਸ ਨੂੰ ਤੇ ਸਾਰੇ ਪਰਿਵਾਰ ਨੂੰ ਹੋਰ ਵੀ ਸਭ ਆਰਾਮ ਤੇ ਸਾਧਨ ਮਿਲਦੇ ਰਹੇ, ਆਰਾਮ ਦੇ ਸਾਧਨ ਮਿਲਦੇ ਰਹੇ। ਉਸਨੇ ਤੇ ਉਸਦੇ ਪਰਿਵਾਰ ਨੇ ਸ੍ਰੀ ਸਤਿਗੁਰੂ ਸਾਧੂ ਰਾਮ ਜੀ ਦੇ ਉਪਕਾਰ ਅਤੇ ਮਿਹਰਾਂ ਨੂੰ ਸਦਾ ਯਾਦ ਰੱਖਿਆ। ਇਹ ਵਾਰਤਾ ਸੁਣਾ ਕੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਭੋਗ ਪਾਇਆ ਅਤੇ ਅਰਦਾਸ ਹੋਣ ਤੋਂ ਪਿੱਛੋਂ ਸਤਿਗੁਰਾਂ ਪ੍ਰਸ਼ਾਦ ਲੈ ਕੇ, ਅਰਦਾਸ ਹੋਣ ਤੋਂ ਪਿੱਛੋਂ ਸੰਗਤਾਂ ਪ੍ਰਸ਼ਾਦ ਲੈ ਕੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹੋਈਆਂ ਘਰਾਂ ਨੂੰ ਚਲੀਆਂ ਗਈਆਂ। ਇਹ ਵਾਰਤਾ ਸੁਣਾ ਕੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਭੋਗ ਪਾਇਆ ਅਤੇ ਅਰਦਾਸ ਹੋਣ ਤੋਂ ਪਿੱਛੋਂ ਸੰਗਤਾਂ ਪ੍ਰਸ਼ਾਦ ਲੈ ਕੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹੋਈਆਂ ਘਰਾਂ ਨੂੰ ਚਲੀਆਂ ਗਈਆਂ। ਸਾਖੀ ਪੂਰੀ ਹੋਈ। ਏਕ ਓਂਕਾਰ ਸਤਿਗੁਰ ਪ੍ਰਸਾਦ। ਤਨ ਤਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਨਰੈਣ ਦਾਸ ਸੱਚੇ ਪਾਤਸ਼ਾਹ ਜੀ। ਤਨ ਤਨ ਸ੍ਰੀ ਸਤਿਗੁਰੂ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਭਾਈ ਕਨਈਆ ਸਿੰਘ ਮਰਦਾਨ ਵਾਲੇ ਦੇ ਚਲਾਣੇ ਦੀ। ਕਨਈਆ ਸਿੰਘ ਮਰਦਾਨ ਦਾ ਨਿਵਾਸੀ ਸੀ। ਇਹ ਭਾਈ ਪ੍ਰਤਾਪ ਸਿੰਘ ਦਾ ਪੁੱਤਰ ਸੀ ਅਤੇ ਸਤਿਗੁਰਾਂ ਦੇ ਲਾਡਲੇ ਸੇਵਕ ਭਾਈ ਹਰਨਾਮ ਸਿੰਘ ਅਸੋਟੇ ਵਾਲੇ ਦਾ ਭਣੇਵਾ ਸੀ। ਭਾਈ ਹਰਨਾਮ ਸਿੰਘ ਨੇ ਇਸ ਪਰਿਵਾਰ ਨੂੰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਤੋਂ ਨਾਮ ਦਿਵਾਇਆ ਹੋਇਆ ਸੀ। ਕਨਈਆ ਸਿੰਘ ਨਾਮ ਸਿਮਰਨ ਵਿੱਚ ਲੀਨ ਰਹਿੰਦਾ ਸੀ। ਅਚਾਨਕ ਭਾਈ ਕਨਈਆ ਸਿੰਘ ਬਿਮਾਰ ਹੋ ਗਿਆ। ਡਾਕਟਰਾਂ ਦੀ ਸਲਾਹ ਅਨੁਸਾਰ ਗਰਮੀਆਂ ਦੇ ਦਿਨ ਗੁਜ਼ਾਰਨ ਉਹ ਕੋਮਰੀ ਚਲਾ ਗਿਆ। ਉੱਥੇ ਜਾ ਕੇ ਉਸ ਦੇ ਦਿਲ ਵਿੱਚ ਸਤਿਗੁਰਾਂ ਦੇ ਦਰਸ਼ਨ ਦੀ ਤਾਂਘ ਬਹੁਤ ਤੀਵਰ ਹੋ ਗਈ। ਉਸਨੇ ਸਤਿਗੁਰਾਂ ਵੱਲ ਬੇਨਤੀ ਪੱਤਰ ਲਿਖ ਭੇਜਿਆ। ਇੱਕ ਦਿਨ ਕਨਈਆ ਸਿੰਘ ਰਾਤ ਨੂੰ ਉੱਠਿਆ ਤਾਂ ਸਤਿਗੁਰਾਂ ਨੂੰ ਉਸਨੇ ਆਪਣੀ ਮੰਜੀ ਕੋਲ ਖੜੇ ਵੇਖਿਆ। ਕਨਈਏ ਨੇ ਇੱਕਦਮ ਉੱਠ ਕੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ। ਜਦ ਉਸਨੇ ਚਰਨਾਂ ਤੋਂ ਸਿਰ ਉਠਾਇਆ ਤਾਂ ਸਤਿਗੁਰ ਜੀ ਅਲੋਪ ਹੋ ਚੁੱਕੇ ਸਨ। ਕਨਈਆ ਸਿੰਘ ਦਾ ਤਨ ਮਨ ਠੰਡਾ ਹੋ ਗਿਆ। ਕੁਝ ਦਿਨਾਂ ਬਾਅਦ ਇਹ ਮਰਦਾਨ ਵਾਪਸ ਆ ਗਿਆ। ਜਦ ਪੂਰਨਮਾਸ਼ੀ 'ਤੇ ਭਾਈ ਪ੍ਰਤਾਪ ਸਿੰਘ ਅਤੇ ਭਾਈ ਹਰਨਾਮ ਸਿੰਘ ਹੋਰ ਸੰਗਤਾਂ ਨਾਲ ਸਾਹਿਬਾਂ ਦੇ ਦਰਸ਼ਨਾਂ ਨੂੰ ਕੈਮਲਪੁਰ ਆਉਣ ਲੱਗੇ ਤਾਂ ਉਸਨੇ ਆਪਣੇ ਪਿਤਾ ਅਤੇ ਮਾਮਾ ਜੀ ਨੂੰ ਆਖਿਆ,
ਮੇਰਾ ਇਹ ਬੇਨਤੀ ਪੱਤਰ ਸਾਹਿਬਾਂ ਦੇ ਚਰਨਾਂ ਵਿੱਚ ਪਹੁੰਚਾ ਦੇਣਾ। ਜਦ ਭਾਈ ਪ੍ਰਤਾਪ ਸਿੰਘ, ਭਾਈ ਹਰਨਾਮ ਸਿੰਘ ਹੋਰ ਸੰਗਤਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨਾਂ ਲਈ ਉਹਨਾਂ ਦੇ ਡੇਰੇ 'ਤੇ ਪੁੱਜੇ, ਉਸ ਵਕਤ ਸਤਿਗੁਰ ਜੀ ਆਪਣੀ ਬੈਠਕ ਵਿੱਚ ਪਲੰਗ 'ਤੇ ਬਿਰਾਜਮਾਨ ਸਨ ਅਤੇ ਕੁਝ ਸਿੱਖ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਦਰਸ਼ਨ ਕਰ ਰਹੇ ਸਨ। ਜਦ ਇਹ ਮੱਥਾ ਟੇਕ ਕੇ ਬੈਠ ਗਏ ਤਾਂ ਸਤਿਗੁਰਾਂ ਨੇ ਪ੍ਰਤਾਪ ਸਿੰਘ ਦੀ ਬਾਂਹ ਫੜ ਕੇ ਆਖਿਆ, ਪਹਿਲਾਂ ਸਾਨੂੰ ਕਨ੍ਹੱਈਆ ਸਿੰਘ ਦੀ ਚਿੱਠੀ ਦਿਓ। ਭਾਈ ਪ੍ਰਤਾਪ ਸਿੰਘ ਨੇ ਹੁਕਮ ਦੀ ਪਾਲਣਾ ਕੀਤੀ ਅਤੇ ਚਿੱਠੀ ਸਤਿਗੁਰਾਂ ਨੂੰ ਦੇ ਦਿੱਤੀ। ਭਾਈ ਪ੍ਰਤਾਪ ਸਿੰਘ ਮਨ ਵਿੱਚ ਬਹੁਤ ਹੈਰਾਨ ਸੀ ਕਿ ਅਸੀਂ ਸਾਰੇ ਇੱਥੇ ਇਕੱਠੇ ਆਏ ਹਾਂ ਅਤੇ ਮੇਰੇ ਤੋਂ ਪਹਿਲਾਂ ਸਤਿਗੁਰਾਂ ਨੇ ਕਿਸੇ ਨਾਲ ਬਚਨ ਬਿਲਾਸ ਵੀ ਨਹੀਂ ਕੀਤਾ, ਤਾਂ ਇਹਨਾਂ ਨੂੰ ਪਤਾ ਕਿਵੇਂ ਲੱਗਾ ਕਿ ਕਨ੍ਹੱਈਆ ਸਿੰਘ ਦੀ ਚਿੱਠੀ ਮੇਰੇ ਪਾਸ ਹੈ। ਫਿਰ ਭਾਈ ਹਰਨਾਮ ਸਿੰਘ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਕਿ ਕਨ੍ਹੱਈਆ ਸਿੰਘ ਨੂੰ ਦੇਹ ਅਰੋਗਤਾ ਦਾ ਦਾਨ ਬਖਸ਼ੋ ਜੀ। ਤਾਂ ਸਤਿਗੁਰਾਂ ਨੇ ਭਾਈ ਹਰਨਾਮ ਸਿੰਘ ਨੂੰ ਆਖਿਆ, ਹਰਨਾਮ ਸਿੰਘਾ, ਕਨ੍ਹੱਈਆ ਸਿੰਘ ਲਈ ਹੁਣ ਦਰਗਾਹ ਦਾ ਸੁੱਖ ਮੰਗੋ। 2-4 ਦਿਨਾਂ ਦੀ ਗੱਲ ਬਾਕੀ ਹੈ। ਕਨ੍ਹੱਈਆ ਸਿੰਘ ਨਾਮ ਜਪਣ ਵਾਲਾ ਹੈ, ਉਸ ਨੂੰ ਕੋਈ ਦੁੱਖ ਨਹੀਂ ਹੈ। ਪੂਰਨਮਾਸ਼ੀ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਤੇ ਸਤਿਗੁਰਾਂ ਤੋਂ ਆਗਿਆ ਲੈ ਕੇ ਹੋਰ ਸੰਗਤਾਂ ਨਾਲ ਇਹ ਵਾਪਸ ਮਰਦਾਨ ਆ ਗਏ। ਫਿਰ ਭਾਈ ਹਰਨਾਮ ਸਿੰਘ ਨੇ ਕਨ੍ਹੱਈਆ ਸਿੰਘ ਨੂੰ ਦੱਸਿਆ ਕਿ ਉਸ ਦਾ ਬੇਨਤੀ ਪੱਤਰ ਸਤਿਗੁਰਾਂ ਨੂੰ ਪਹੁੰਚਾ ਦਿੱਤਾ ਸੀ। ਇਹ ਸੁਣ ਕੇ ਕਨ੍ਹੱਈਆ ਸਿੰਘ ਨੇ ਆਖਿਆ, ਮਾਮਾ ਜੀ, ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਰਾਤ ਨੂੰ ਮੈਨੂੰ ਦਰਸ਼ਨ ਦੇ ਕੇ ਆਖ ਗਏ ਹਨ ਕਿ ਨਡਿਆ ਨਾਮ ਜਪ ਅਤੇ ਅੱਗੇ ਜਾਣ ਦੀ ਤਿਆਰੀ ਕਰ। ਪਰਸੋਂ ਸਵੇਰੇ 4 ਵਜੇ ਅਸੀਂ ਤੈਨੂੰ ਲੈ ਜਾਵਾਂਗੇ। ਇਹ ਸੁਣ ਕੇ ਭਾਈ ਹਰਨਾਮ ਸਿੰਘ ਨੇ ਆਖਿਆ, ਜੋ ਕੁਝ ਕਨ੍ਹੱਈਆ ਸਿੰਘ ਤੂੰ ਕਹਿ ਰਿਹਾ ਹੈ ਉਹ ਬਿਲਕੁਲ ਸੱਚ ਹੈ। ਉਹਨਾਂ ਦਿਨਾਂ ਵਿੱਚ ਸਾਰੇ ਨਾਮ ਰਸੀਏ ਗੁਰਸਿੱਖ ਸਵੇਰੇ 4 ਵਜੇ ਭਜਨ ਕਰਨ ਲਈ ਦਰਿਆ ਵੱਲ ਜਾਂਦੇ ਸਨ। ਉਸ ਦਿਨ ਜਦੋਂ ਸਾਰੇ ਗੁਰਸਿੱਖ ਦਰਿਆ ਵੱਲ ਜਾ ਰਹੇ ਸਨ ਤਾਂ ਭਾਈ ਹਰਨਾਮ ਸਿੰਘ ਨੇ ਮੁਰਲੀ ਸਿੰਘ ਤੋਂ ਵਕਤ ਪੁੱਛਿਆ ਤਾਂ ਉਸਨੇ ਕਿਹਾ, ਚਾਚਾ ਜੀ 3:45 ਵਜੇ ਹਨ। ਇਹ ਸੁਣ ਕੇ ਭਾਈ ਹਰਨਾਮ ਸਿੰਘ ਨੇ ਹੋਰਨਾਂ ਗੁਰਸਿੱਖਾਂ ਨੂੰ ਆਖਿਆ, ਤੁਸੀਂ ਸਾਰੇ ਦਰਿਆ ਵੱਲ ਚੱਲੋ, ਮੈਂ ਵੀ ਤੁਹਾਡੇ ਪਿੱਛੇ ਪਿੱਛੇ ਆ ਰਿਹਾ ਹਾਂ। ਪਰ ਉਹ ਆਪ ਕਨ੍ਹੱਈਆ ਸਿੰਘ ਦੇ ਘਰ ਚਲਾ ਗਿਆ। ਪੂਰੇ 4 ਵਜੇ ਕਨ੍ਹੱਈਆ ਸਿੰਘ ਨੇ ਆਪਣੇ ਪਿਤਾ ਪ੍ਰਤਾਪ ਸਿੰਘ ਅਤੇ ਮਾਮਾ ਹਰਨਾਮ ਸਿੰਘ ਨੂੰ ਕਿਹਾ, ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਮੈਨੂੰ ਲੈਣ ਲਈ ਆ ਰਹੇ ਹਨ ਅਤੇ ਮੈਂ ਜਾ ਰਿਹਾ ਹਾਂ। ਆਪ ਜੀ ਨੂੰ ਮੇਰੀ ਅੰਤਿਮ ਸਤਿ ਸ੍ਰੀ ਅਕਾਲ। ਜਦ ਦੂਜੇ ਦਿਨ ਗੁਰਸਿੱਖ ਨਿਤਨੇਮ ਕਰਕੇ ਦਰਿਆ ਤੋਂ ਵਾਪਸ ਆ ਰਹੇ ਸਨ ਤਾਂ ਕਨ੍ਹੱਈਆ ਸਿੰਘ ਦੇ ਘਰ ਦਰੀਆਂ ਵਿਛੀਆਂ ਹੋਈਆਂ ਸਨ ਅਤੇ ਬਿਰਾਦਰੀ ਦੇ ਕਈ ਆਦਮੀ ਅਤੇ ਗੁਰਸਿੱਖ ਬੈਠੇ ਹੋਏ ਸਨ। ਇਹ ਸੰਗਤ ਵੀ ਆਪਣੇ ਘਰਾਂ ਤੋਂ ਮੁੜ ਕੇ ਕਨ੍ਹੱਈਆ ਸਿੰਘ ਦੇ ਘਰ ਗਈ। ਸਤਿਗੁਰਾਂ ਨੂੰ ਕੈਮਲਪੁਰ
तार भेजी गई। श्री सतगुरु भगवान दास जी अखंड पाठ दे भोग वाले दिन मरदान पुजे ते कन्हैया सिंह लई अंतिम अरदास कीती ਅਤੇ ਆਪਣੇ ਬਚਨ ਬਿਲਾਸਾ ਰਾਹੀਂ ਸੰਗਤ ਤੇ ਅਪਾਰ ਬਖਸ਼ਿਸ਼ ਕੀਤੀ। ਪੂਰੇ 4 ਵਜੇ ਕਨਈਆ ਸਿੰਘ ਨੇ ਆਪਣੇ ਪਿਤਾ ਪ੍ਰਤਾਪ ਸਿੰਘ ਅਤੇ ਮਾਮਾ ਹਰਨਾਮ ਸਿੰਘ ਨੂੰ ਕਿਹਾ, ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਮੈਨੂੰ ਲੈਣ ਲਈ ਆ ਗਏ ਹਨ ਤੇ ਮੈਂ ਜਾ ਰਿਹਾ ਹਾਂ। ਆਪ ਜੀ ਨੂੰ ਮੇਰੀ ਅੰਤਿਮ ਸਤਿ ਸ੍ਰੀ ਅਕਾਲ। ਜਦ ਦੂਜੇ ਗੁਰਸਿੱਖ ਨਿਤਨੇਮ ਕਰਕੇ ਦਰਿਆ ਤੋਂ ਵਾਪਸ ਆ ਰਹੇ ਸਨ ਤਾਂ ਕਨ੍ਹਈਆ ਸਿੰਘ ਦੇ ਘਰ ਦਰੀਆਂ ਵਿਛੀਆਂ ਹੋਈਆਂ ਸਨ ਤੇ ਬਿਰਾਦਰੀ ਦੇ ਕਈ ਆਦਮੀ ਅਤੇ ਗੁਰਸਿੱਖ ਬੈਠੇ ਹੋਏ ਸਨ। ਇਹ ਸੰਗਤ ਵੀ ਆਪਣੇ ਘਰਾਂ ਤੋਂ ਮੁੜ ਕੇ ਕਨ੍ਹਈਆ ਸਿੰਘ ਦੇ ਘਰ ਗਈ। ਸਤਿਗੁਰਾਂ ਨੂੰ ਕੈਮਲਪੁਰ ਤਾਰ ਭੇਜੀ ਗਈ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਅਖੰਡ ਪਾਠ ਦੇ ਭੋਗ ਵਾਲੇ ਦਿਨ ਮਰਦਾਨ ਪੁੱਜੇ ਤੇ ਕਨ੍ਹਈਆ ਸਿੰਘ ਲਈ ਅੰਤਿਮ ਅਰਦਾਸ ਕੀਤੀ ਅਤੇ ਆਪਣੇ ਬਚਨ ਬਿਲਾਸਾ ਰਾਹੀਂ ਸੰਗਤ ਤੇ ਅਪਾਰ ਬਖਸ਼ਿਸ਼ ਕੀਤੀ। साखी पूरी हुई। एक ओंकार सतगुर प्रसाद। तन तन श्री सतगुरु बालक सिंह साहिब सच्चे पातशाह जी। तन तन श्री सतगुरु संगता साहिब सच्चे पातशाह जी। तन तन श्री सतगुरु नरैण दास साहिब सच्चे पातशाह जी। तन तन श्री सतगुरु साधु राम साहिब सच्चे पातशाह जी। साखी माई शंकरी दे चलाने दी। माई शंकरी मरदान दी रहन वाली सी। वो हर रोज़ गुरुद्वारे जाके झाड़ू देण दी सेवा करदी सी। इवें सेवा करदियां होयां वो श्री सतगुरु भगवान दास जी दे चरनां दा ध्यान रख के सिमरन विच लीन रहंदी सी। उसदे दोवें पुत्र गुरदीत सिंह ते हरदीत सिंह भी गुरु दे अनंत सेवक सन। एक बारी जदों ये बीमार हो गई तां हकीमां अते डॉक्टरां ने जवाब दे दिता। तां माई शंकरी ने अपने सतगुरु भगवान दास जी दे चरनां विच अरदास कीती, सच्चे पातशाह जीओ जापदा है तुहाडी सेविका हुण संसार तो जाण वाली है। मेरी हार्दिक इच्छा है कि आप जी दे दर्शन करके ही मैं संसार तो जावां। किरपा करो ते आके दासी नूं दर्शन दिओ। जदों तुहाडी पवित्र निगाह मेरे ते पवे उस समय ही मेरे श्वास निकलन। माई शंकरी दी अंतिम अरदास सतगुरां दे दरबार विच पहुँच गई। उसे समय कैमलपुर विच सतगुरां ने संगतां नूं आख्या, असीं हुणे ही मरदान जा रहे हाँ, उत्थे सानूं कोई पुकार रहा है, उड़ीक रहा है। फिर सतगुरु जी कैमलपुरों मरदान माई शंकरी दे घर पुजे। सतगुरां दे दर्शन करके
ਅਤੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਕੇ ਗੁਰਦਿੱਤ ਸਿੰਘ ਨੇ ਆਪਣੀ ਮਾਤਾ ਮਾਈ ਸ਼ੰਕਰੀ ਨੂੰ ਦੱਸਿਆ, ਮਾਤਾ ਜੀ ਸਤਿਗੁਰੂ ਜੀ ਆ ਪਹੁੰਚੇ ਹਨ। ਜਦ ਇਹ ਆਵਾਜ਼ ਆਈ ਸ਼ੰਕਰੀ ਦੇ ਕੰਨਾਂ ਵਿੱਚ ਪਈ ਤਾਂ ਉਹ ਮੰਜੀ ਤੋਂ ਇਵੇਂ ਉੱਠੀ ਜਿਵੇਂ ਉਹ ਬਿਲਕੁਲ ਠੀਕ ਹੋਵੇ। ਸਾਹਿਬਾਂ ਦੇ ਦਰਸ਼ਨ ਕਰਕੇ ਉਸ ਪ੍ਰਣਾਮ ਕੀਤਾ ਅਤੇ ਬੇਨਤੀ ਕੀਤੀ, ਅੰਤਰਜਾਮੀ ਸਤਿਗੁਰੂ ਜੀਓ, ਤੁਸੀਂ ਮੇਰੀ ਪੁਕਾਰ ਸੁਣ ਲਈ ਹੈ। ਹੁਣ ਦਾਸੀ ਤੇ ਮਿਹਰ ਭਰੀ ਨਿਗਾਹ ਪਾਓ ਜੀ। ਇਹ ਆਖ ਕੇ ਉਹ ਫੇਰ ਮੰਜੀ ਤੇ ਲੇਟ ਗਈ। ਸਤਿਗੁਰਾਂ ਨੇ ਉਸ ਦੇ ਮੂੰਹ ਤੇ ਪੱਲਾ ਪਾ ਦਿੱਤਾ। ਸਤਿਗੁਰਾਂ ਨੇ ਉਸ ਦੇ ਮੂੰਹ ਤੇ ਪੱਲਾ ਪਵਾ ਦਿੱਤਾ ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦਾ ਹੁਕਮ ਕੀਤਾ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸਤਿਗੁਰਾਂ ਨੇ ਮਾਈ ਸ਼ੰਕਰੀ ਦੇ ਮੂੰਹ ਤੋਂ ਪੱਲਾ ਲਾਉਣ ਦਾ ਹੁਕਮ ਕੀਤਾ। ਜਦ ਪੱਲਾ ਲਾ ਕੇ ਵੇਖਿਆ ਗਿਆ ਤਾਂ ਉਹ ਚਲਾਣਾ ਕਰ ਚੁੱਕੀ ਸੀ। ਰਾਗੀਆਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਇਸ ਸ਼ਬਦ ਦਾ ਕੀਰਤਨ ਕੀਤਾ। ਮਾਰੂ ਮਹਲਾ ਪੰਜਵਾਂ। ਮਾਨ ਮੋਹ ਅਰ ਲੋਭ ਵਿਕਾਰਾ, ਬਿयो ਚੀਤ ਨ ਕਾਲਿਓ। ਨਾਮ ਰਤਨ ਗੁਣਾ ਹਰ ਬਣਜੇ, ਲਾਦ ਵਖਰ ਲੈ ਚਾਲਿਓ। सेवक की ओढ़क निभही प्रीत, जीवत साहिब सेव्यो अपना। चलते राख्यो चीत रहाओ, जैसी आज्ञा कीनी ठाकुर, तिसते मुख नहीं मोर्यो। सहज आनंद रखियो ग्रह पीतर, उठ उआहों को दोर्यो। आज्ञा मैं भूख सोई कर सूखा, सोग हरख नहीं जान्यो। जो जो हुक्म पयो साहिब का, सो माथे ले मान्यो। पयो कृपाल ठाकुर सेवक को, सवरे हलत पलाता। तन सेवक सफल ओ आया, जिन नानक खसम पछाता। पयो कृपाल ठाकुर सेवक को, सवरे हलत पलाता। तन सेवक सफल ओ आया, जिन नानक हुक्म खसम पछाता। इस तो उपरंत एक शब्द होर रागियां ने पढ़िया। उन्होंने दसिया कि राय बुलार ने श्री गुरु नानक देव जी ਨੂੰ ਬੇਨਤੀ ਕੀਤੀ ਸੀ ਕਿ ਜਿਸ ਵੇਲੇ ਮੇਰੇ ਪ੍ਰਾਣ ਮੇਰੇ ਸਰੀਰ ਨੂੰ ਛੱਡਣ, ਉਸ ਸਮੇਂ ਮੈਨੂੰ ਤੁਹਾਡੇ ਦਰਸ਼ਨ ਹੋਣ ਅਤੇ ਮੇਰੇ ਸਿਰ ਤੇ ਤੁਹਾਡਾ ਹੱਥ ਹੋਵੇ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਰਾਏ ਬੁਲਾਰ ਨੂੰ ਦਰਸ਼ਨ ਦੇ ਕੇ ਉਸ ਦੀ ਅੰਤਿਮ ਇੱਛਾ ਪੂਰੀ ਕੀਤੀ ਸੀ, ਉਸੇ ਤਰ੍ਹਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਮਾਈ ਸ਼ੰਕਰੀ ਨੂੰ ਦਰਸ਼ਨ ਦੇ ਕੇ ਉਸ ਦੀ ਅੰਤਿਮ ਇੱਛਾ ਪੂਰੀ ਕੀਤੀ ਹੈ ਅਤੇ ਆਪਣੇ ਬਿਰਧ ਦੀ ਪ੍ਰਤਪਾਲਣਾ ਵੀ ਕੀਤੀ ਹੈ। ਮਰਦਾਨ ਨਿਵਾਸੀ
ਸਤਿਗੁਰੂ ਭਗਵਾਨ ਦਾਸ ਜੀ ਦੇ ਇਸ ਕੌਤਕ ਨੂੰ ਦੇਖ ਕੇ ਕਹਿ ਉੱਠੇ, ਧੰਨ ਹਨ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਅਤੇ ਧੰਨ ਉਹਨਾਂ ਦੇ ਸਿੱਖ ਹਨ ਜਿਹੜੇ ਆਪਣੇ ਸਤਿਗੁਰਾਂ ਤੋਂ ਅੰਤ ਸਮੇਂ ਵੀ ਖੁਸ਼ੀਆਂ ਪ੍ਰਾਪਤ ਕਰਦੇ ਹਨ। ਬੇਫਿਕਰ ਹੋ ਕੇ ਇਸ ਸੰਸਾਰ ਨੂੰ ਛੱਡਦੇ ਹਨ। ਇਸ ਤੋਂ ਉਪਰੰਤ ਅਰਦਾਸਾ ਸੋਧਿਆ ਗਿਆ। ਬਰਾਦਰੀ ਅਤੇ ਸ਼ਹਿਰਦਾਰਾਂ ਨੇ ਮਾਈ ਸ਼ੰਕਰੀ ਦੇ ਸਰੀਰ ਨੂੰ ਅਰਥੀ ਵਿੱਚ ਰੱਖਿਆ ਤੇ ਸ਼ਮਸ਼ਾਨ ਭੂਮੀ ਲੈ ਗਏ। ਸੰਸਕਾਰ ਤੋਂ ਬਾਅਦ ਸਤਿਗੁਰੂ ਜੀ ਵਾਪਸ ਕੈਮਲਪੁਰ ਆ ਗਏ। ਜਦ ਕੈਮਲਪੁਰ ਦੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਮਾਈ ਸ਼ੰਕਰੀ ਦੀ ਪੁਕਾਰ ਸੁਣ ਕੇ ਮਰਦਾਨ ਗਏ ਹਨ, ਤਾਂ ਆਪਸ ਵਿੱਚ ਇੱਕ ਦੂਜੇ ਨੂੰ ਆਖਣ, ਸਾਡੇ ਸਤਿਗੁਰੂ ਜੀ ਅੰਤਰਜਾਮੀ ਹਨ, ਆਪਣੇ ਸੇਵਕਾਂ ਦੀ ਪੈਜ ਰੱਖਣ ਵਾਸਤੇ ਸੇਵਕਾਂ ਪਾਸ ਪੁੱਜਦੇ ਹਨ। ਮਰਦਾਨ ਨਿਵਾਸੀ ਸਤਿਗੁਰੂ ਭਗਵਾਨ ਦਾਸ ਜੀ ਦੇ ਇਸ ਕੌਤਕ ਨੂੰ ਦੇਖ ਕੇ ਕਹਿ ਉੱਠੇ, ਧੰਨ ਹਨ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਅਤੇ ਧੰਨ ਉਹਨਾਂ ਦੇ ਸਿੱਖ ਹਨ ਜਿਹੜੇ ਆਪਣੇ ਸਤਿਗੁਰਾਂ ਤੋਂ ਅੰਤ ਸਮੇਂ ਵਿੱਚ ਵੀ ਖੁਸ਼ੀਆਂ ਪ੍ਰਾਪਤ ਕਰਕੇ ਬੇਫਿਕਰ ਹੋ ਕੇ ਇਸ ਸੰਸਾਰ ਨੂੰ ਛੱਡਦੇ ਹਨ। ਇਸ ਤੋਂ ਉਪਰੰਤ ਅਰਦਾਸਾ ਸੋਧਿਆ ਗਿਆ। ਬਰਾਦਰੀ ਅਤੇ ਸ਼ਹਿਰਦਾਰਾਂ ਨੇ ਮਾਈ ਸ਼ੰਕਰੀ ਦੇ ਸਰੀਰ ਨੂੰ ਅਰਥੀ ਵਿੱਚ ਰੱਖਿਆ ਤੇ ਸ਼ਮਸ਼ਾਨ ਭੂਮੀ ਲੈ ਗਏ। ਸੰਸਕਾਰ ਤੋਂ ਬਾਅਦ ਸਤਿਗੁਰੂ ਜੀ ਵਾਪਸ ਕੈਮਲਪੁਰ ਆ ਗਏ। ਜਦ ਕੈਮਲਪੁਰ ਦੀ ਸੰਗਤ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਮਾਈ ਸ਼ੰਕਰੀ ਦੀ ਪੁਕਾਰ ਸੁਣ ਕੇ ਮਰਦਾਨ ਗਏ ਸਨ, ਤਾਂ ਆਪਸ ਵਿੱਚ ਇੱਕ ਦੂਜੇ ਨੂੰ ਆਖਣ ਲੱਗੇ, ਸਾਡੇ ਸਤਿਗੁਰੂ ਜੀ ਅੰਤਰਜਾਮੀ ਹਨ, ਆਪਣੇ ਸੇਵਕਾਂ ਦੀ ਪੈਜ ਰੱਖਣ ਵਾਸਤੇ ਸੇਵਕਾਂ ਪਾਸ ਪੁੱਜਦੇ ਹਨ। ਸਾਖੀ ਪੂਰੀ ਹੋਈ। ਏਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਸ੍ਰੀ ਸਤਿਗੁਰੂ ਬਾਲਕ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਸਤਿਗੁਰੂ ਸੰਗਤਾ ਸਾਹਿਬ ਜੀ। ਧੰਨ ਧੰਨ ਸ੍ਰੀ ਸਤਿਗੁਰੂ ਨਰੈਣ ਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸ੍ਰੀ ਸਤਿਗੁਰੂ ਸਾਧੂ ਰਾਮ ਸਾਹਿਬ ਸੱਚੇ ਪਾਤਸ਼ਾਹ ਜੀ। ਸਾਖੀ ਭਾਈ ਗੋਪੀ ਚੰਦ ਟੋਪੀ ਵਾਲੇ ਦੀ। ਗੋਪੀ ਚੰਦ ਟੋਪੀ ਪਿੰਡ ਵਿੱਚ ਰਹਿੰਦਾ ਸੀ ਅਤੇ ਇਸਨੇ ਸ੍ਰੀ ਸਤਿਗੁਰੂ ਸਾਧੂ ਰਾਮ ਜੀ ਤੋਂ ਨਾਮ ਪ੍ਰਾਪਤ ਕੀਤਾ ਹੋਇਆ ਸੀ। ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਉਪਰੰਤ ਸਿਮਰਨ ਕਰਨ ਬੈਠ ਜਾਂਦਾ ਸੀ। ਸਿਮਰਨ ਦੇ ਆਪਣੇ ਨੇਮ ਨੂੰ ਪੂਰਾ ਕਰਕੇ ਗੁਰਦੁਆਰੇ ਜਾ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਕਰਦਾ ਸੀ। ਭਾਈ ਗੋਪੀ ਚੰਦ ਦੇ ਸਾਕ ਤੇ ਸੰਬੰਧੀ ਅਤੇ ਗੁਆਂਢੀ ਠਾਕੁਰਾਂ ਦੀ ਪੁਜਾਰੀ ਸਨ। ਉਹ ਠਾਕੁਰ ਦੁਆਰੇ ਜਾ ਕੇ ਠਾਕੁਰਾਂ ਦੀ ਪੂਜਾ ਅਰਚਨਾ ਕਰਦੇ ਸਨ। ਗੋਪੀ ਚੰਦ ਉਹਨਾਂ ਸਾਰਿਆਂ ਨੂੰ ਕਿਹਾ ਕਰਦਾ ਸੀ ਕਿ ਜਾਗਦੀ ਜੋਤ ਸਤਿਗੁਰਾਂ ਤੋਂ ਨਾਮ ਪ੍ਰਾਪਤ ਕਰਕੇ ਸਿਮਰਨ ਕਰੋ ਤਾਂ ਜੋ ਤੁਹਾਡਾ ਕਲਿਆਣ ਹੋ ਜਾਏ। ਪਰ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਇੱਕ ਦਿਨ ਗੁਆਂਢੀ ਅਤੇ ਸਾਰੇ ਸਾਕ ਸੰਬੰਧੀ ਇਕੱਠੇ ਹੋ ਕੇ ਭਾਈ ਗੋਪੀ ਚੰਦ ਪਾਸ ਆਏ
ਅਤੇ ਆਖਣ ਲੱਗੇ, ਤੂੰ ਸਾਡੇ ਸਾਰਿਆਂ ਵਾਂਗ ਠਾਕਰ ਦੁਆਰੇ ਆਇਆ ਕਰ। ਤੂੰ ਸਾਡੇ ਸਾਰਿਆਂ ਵਾਂਗ ਠਾਕਰ ਦੁਆਰੇ ਆਇਆ ਕਰ ਅਤੇ ਠਾਕਰਾਂ ਦੀ ਪੂਜਾ ਅਰਚਨਾ ਕਰਕੇ ਆਪਣਾ ਜੀਵਨ ਸਫਲਾ ਕਰ। ਫਿਰ ਉਹਨਾਂ ਨੇ ਗੋਪੀ ਚੰਦ ਨੂੰ ਭਾਈ ਧੰਨਾ ਜੱਟ ਭਗਤ ਦੀ ਸਾਖੀ ਸੁਣਾਉਂਦਿਆਂ ਹੋਇਆਂ ਕਿਹਾ, ਭਾਈ ਧੰਨੇ ਨੇ ਠਾਕਰਾਂ ਦੀ ਪੂਜਾ ਕਰਕੇ ਭਗਵਾਨ ਨੂੰ ਪਾਇਆ ਸੀ। ਇਹ ਇਤਿਹਾਸਕ ਸਾਖੀ ਹੈ। ਭਾਈ ਗੋਪੀ ਚੰਦ ਨੇ ਕੁਝ ਕੁ ਸੋਚਦਿਆਂ ਹੋਇਆਂ ਨਿਮਰਤਾ ਨਾਲ ਪੁੱਛਿਆ, ਕਿਵੇਂ? ਉਹਨਾਂ ਵਿੱਚੋਂ ਇੱਕ ਜੋ ਠਾਕਰਾਂ ਤੇ ਪੂਰੀ ਸ਼ਰਧਾ ਰੱਖਦਾ ਸੀ ਅਤੇ ਠਾਕਰਾਂ ਦੀ ਪੂਜਾ ਤੇ ਆਰਤੀ ਦਾ ਪ੍ਰਚਾਰ ਪੂਰੀ ਸ਼ਰਧਾ ਅਤੇ ਸਮਰੱਥਾ ਨਾਲ ਕਰਦਾ ਸੀ, ਉਸ ਨੇ ਕਹਿਣਾ ਸ਼ੁਰੂ ਕੀਤਾ। ਭਾਈ ਧੰਨਾ ਬੰਬਈ ਕੋਲ ਤੁਆਨ ਪਿੰਡ ਵਿੱਚ ਰਹਿੰਦਾ ਸੀ। ਉਹ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਿੰਡ ਦੇ ਇੱਕ ਪੰਡਤ ਮੰਦਰ ਦੇ ਪੁਜਾਰੀ ਤਿਰਲੋਚਨ ਨਾਲ ਉਸ ਦੀ ਦੋਸਤੀ ਸੀ। ਉਹ ਉਸ ਪੰਡਤ ਦੇ ਘਰ ਅਕਸਰ ਆਇਆ ਜਾਇਆ ਕਰਦਾ ਸੀ। ਇੱਕ ਦਿਨ ਸਵੇਰੇ ਜਦ ਧੰਨਾ ਜੱਟ ਉਸ ਪੰਡਤ ਦੇ ਘਰ ਗਿਆ ਤਾਂ ਉਸ ਦੇਖਿਆ ਕਿ ਪੰਡਤ ਤਾਂ ਠਾਕਰਾਂ ਦੀ ਪੂਜਾ ਅਰਚਨਾ ਕਰ ਰਿਹਾ ਹੈ। ਪੂਜਾ ਪਾਠ ਤੋਂ ਵਿਹਲਾ ਹੋ ਕੇ ਪੰਡਤ ਨੇ ਆਪਣੇ ਮਿੱਤਰ ਧੰਨੇ ਜੱਟ ਨਾਲ ਗੱਲਬਾਤ ਕੀਤੀ। ਇਤਨੇ ਵਿੱਚ ਪੰਡਤ ਦੇ ਘਰ ਭੋਜਨ ਤਿਆਰ ਹੋ ਗਿਆ। ਪੰਡਤ ਨੇ ਠਾਕਰਾਂ ਨੂੰ ਭੋਗ ਲਵਾਉਣ ਲਈ ਭੋਜਨ ਨੂੰ ਠਾਕਰਾਂ ਦੇ ਅੱਗੇ ਰੱਖ ਕੇ ਪ੍ਰਾਰਥਨਾ ਕੀਤੀ, हे ठाकुर जीओ, आप जी ਭੋਜਨ ਨੂੰ ਭੋਗ ਲਾਓ ਅਤੇ ਸ਼ੀਤ ਪ੍ਰਸਾਦ ਆਪਣੇ ਇਸ ਦਾਸ ਨੂੰ ਬਖਸ਼ੋ। ਫਿਰ ਪੰਡਤ ਨੇ ਘੰਟੀ ਵਜਾਈ ਤੇ ਰੀਤ ਅਨੁਸਾਰ ਠਾਕਰਾਂ ਨੂੰ ਭੋਗ ਲਵਾਇਆ। ਉਪਰੰਤ ਆਪ ਭੋਜਨ ਛਕਣ ਲਗਾ। ਧੰਨਾ ਜੱਟ ਇਹ ਸਭ ਕੁਝ ਦੇਖਦਾ ਰਿਹਾ। जब पंडित ने भोजन छक लिया तो धन्ने जट ने पूछया, ये तू की कर रहा सी? पत्थर दे ठाकुर दी पूजा करके तू उस अगे भोजन रख के ते प्रार्थना करके सारा भोजन तू आप छक लिया है। ये भोग लवाउणा किवें होया? पंडित ने धन्ने जट नूं मूड़ समझ के पंडित ने धन्ने जट नूं मूड़ समझ के समझांदियां होया किया, ये पत्थर नहीं ठाकर हन, भगवान दा रूप। ये बड़े दयालु हन ते कुछ भी इन्हां तो शरधा अते सच्चे दिलों मंगिंदा है उस दी प्राप्ति इन्हां दी किरपा नाल ही होंदी है। जो काम भी इन्हां नूं कहीदा है वो पूरा हो जाता है। भाई धन्ने ने अपने मित्र नूं कहा, मैं इकल्ला बंदा हाँ, काम बहुत सारा है, वो मेरे तो बड़ी मुश्किल नाल ही पूरा होंदा है। इस वास्ते एक ठाकुर मैनू भी दे दे ताकि ਜਿਹੜਾ मैं काम उसनूं कहां वो कीता करे। अपने मित्र धन्ने दी गल सुन के पंडित सोचां विच पै गया। वो सोचिया कि जे वो धन्ने नूं ठाकर नहीं देंदा तां जिहड़ा अनाज धर्म दे कारण हर फसल ते मिलदा है वो भी बंद हो जाएगा। नाल ही धन्ना जट एक तगड़ा जट है, की पता है कि नाराज़ होके पिंडों
ਬਾਹਰ ਹੀ ਨਾ ਕੱਢ ਦੇਵੇ। ਇਹ ਸੋਚ ਕੇ ਪੰਡਤ ਨੇ ਕਿਹਾ, ਠਾਕਰ ਲੈਣ ਲਈ ਤਾਂ ਬੜੀ ਭਾਰੀ ਦਖਣਾ ਦੇਣੀ ਪੈਂਦੀ ਹੈ, ਪਰ ਤੂੰ ਮੇਰਾ ਮਿੱਤਰ ਹੈ, ਇਸ ਲਈ ਤੇਰੇ ਨਾਲ ਮੈਂ ਖਾਸ ਰਿਆਇਤ ਕਰਾਂਗਾ। ਪਰ ਮੈਨੂੰ ਕੀ ਦੇਣਾ ਪਵੇਗਾ? ਕਾਲੀ ਨਾਲ ਤੰਨੇ ਜੱਟ ਨੇ ਪੁੱਛਿਆ। ਇੱਕ ਲਵੇਰੀ ਗਊ, ਪੰਡਤ ਨੇ ਤੰਨੇ ਜੱਟ ਨੂੰ ਕਿਹਾ। ਇਹ ਸੁਣ ਕੇ ਭਾਈ ਤੰਨਾ ਜੱਟ ਉੱਠਿਆ ਤੇ ਗਊ ਲੈ ਆਉਣ ਲਈ ਕਹਿ ਕੇ ਆਪਣੇ ਘਰ ਵੱਲ ਤੁਰ ਪਿਆ। ਉਸਦੇ ਜਾਣ ਤੋਂ ਬਾਅਦ ਪੰਡਤ ਨੇ ਆਪਣੇ ਘਰ ਵਿੱਚ ਬੇਕਾਰ ਪਏ ਇੱਕ ਗੋਲ ਵੱਟੇ ਨੂੰ ਚੁੱਕਿਆ, ਉਸ ਨੂੰ ਧੋ ਧਾ ਕੇ ਸਾਫ਼ ਕੀਤਾ ਅਤੇ ਇੱਕ ਰੇਸ਼ਮੀ ਕੱਪੜੇ ਵਿੱਚ ਲਪੇਟ ਕੇ ਰੱਖ ਦਿੱਤਾ। ਜਦ ਭਾਈ ਤੰਨਾ ਗਊ ਲੈ ਕੇ ਆ ਗਿਆ ਤਾਂ ਪੰਡਤ ਨੇ ਗਊ ਲੈ ਕੇ ਬੰਨ੍ਹ ਲਈ ਅਤੇ ਉਹ ਵੱਟਾ ਭਾਈ ਤੰਨੇ ਨੂੰ ਫੜਾ ਕੇ ਕਿਹਾ, ਠਾਕਰਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਕੇ, ਧੂਪ ਜਗਾ ਕੇ, ਇਹਨਾਂ ਦੀ ਪੂਜਾ ਅਰਚਨਾ ਨਿਤਨੇਮ ਨਾਲ ਕਰਨਾ ਅਤੇ ਭੋਗ ਲਵਾਉਣਾ, ਫਿਰ ਠਾਕੁਰ ਤੇਰੇ ਸਾਰੇ ਕੰਮ ਆਪ ਸਵਾਰਨਗੇ। ਪ੍ਰਸ਼ਾਦ ਦੇ ਭੋਜਨ ਦਾ ਭੋਗ ਲਵਾ ਕੇ ਤੂੰ ਜੋ ਕੁਝ ਵੀ ਠਾਕਰਾਂ ਤੋਂ ਮੰਗੇਗਾ ਸੋਈ ਪ੍ਰਾਪਤ ਹੋਵੇਗਾ। ਜਿਹੜਾ ਕੰਮ ਤੂੰ ਕਹੇਗਾ ਉਸ ਨੂੰ ਠਾਕੁਰ ਆਪ ਪੂਰਾ ਕਰਨਗੇ, ਕਹਿ ਕੇ ਅਤੇ ਭਾਈ ਤੰਨੇ ਨੂੰ ਪੂਰਾ ਯਕੀਨ ਦਿਵਾ ਕੇ ਉਸ ਪੰਡਤ ਨੇ ਉਹ ਵੱਟਾ ਭਾਈ ਤੰਨੇ ਨੂੰ ਫੜਾ ਦਿੱਤਾ। ਭਾਈ ਤੰਨਾ ਖੁਸ਼ੀ ਅਤੇ ਆਦਰ ਸਤਿਕਾਰ ਨਾਲ ਉਸ ਵੱਟੇ ਨੂੰ ਠਾਕਰ ਸਮਝ ਕੇ ਸੀਸ 'ਤੇ ਉਠਾ ਕੇ ਘਰ ਲੈ ਗਿਆ ਅਤੇ ਪੋਚਾ ਮਾਰ ਕੇ ਉਹਨਾਂ ਨੂੰ ਨਿਸ਼ਚਿਤ ਥਾਂ 'ਤੇ ਜਾ ਟਿਕਾਇਆ। ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਤੰਨੇ ਜੱਟ ਨੇ ਠਾਕੁਰਾਂ ਨੂੰ ਇਸ਼ਨਾਨ ਕਰਾਇਆ, ਧੂਪ ਦੀਪ ਕੀਤੀ ਅਤੇ ਆਪਣੀ ਸਮਝ ਬੂਝ ਅਨੁਸਾਰ ਪ੍ਰਾਰਥਨਾ ਅਰਚਨਾ ਕੀਤੀ। ਭੋਗ ਲਵਾਉਣ ਲਈ ਭੋਜਨ ਅੱਗੇ ਰੱਖਿਆ। ਆਪਣੇ ਮਿੱਤਰ ਪੰਡਤ ਦੀ ਨਕਲ ਕਰਦਿਆਂ ਕਿਹਾ, ਭਗਵਾਨ ਆਪ ਭੋਗ ਲਗਾਓ, ਆਪ ਜੀ ਦੇ ਭੋਗ ਲਵਾਉਣ ਤੋਂ ਬਾਅਦ ਹੀ ਮੈਂ ਆਪ ਜੀ ਦਾ ਸੀਤ ਪ੍ਰਸ਼ਾਦ ਛਕਾਂਗਾ। ਭਾਈ ਤੰਨਾ ਇਹ ਕਹਿ ਕੇ ਚੌਕੜੀ ਮਾਰ ਕੇ ਹੱਥ ਜੋੜ ਕੇ ਅਤੇ ਅੱਖਾਂ ਬੰਦ ਕਰਕੇ ਬੈਠ ਗਿਆ। ਜਦੋਂ ਸਮਾਂ ਬਹੁਤ ਲੰਘ ਗਿਆ, ਤੰਨੇ ਜੱਟ ਨੂੰ ਵੀ ਭੁੱਖ ਸਤਾਉਣ ਲੱਗੀ, ਤਾਂ ਵੀ ਉਹ ਆਪਣੇ ਹੱਥ 'ਤੇ ਕਾਇਮ ਰਿਹਾ ਅਤੇ ਕਹਿੰਦਾ ਰਿਹਾ, ਠਾਕਰਾਂ ਦੇ ਭੋਗ ਲਵਾਉਣ ਤੋਂ ਬਾਅਦ ਹੀ ਮੈਂ ਅੰਨ ਨੂੰ ਮੂੰਹ ਲਾਵਾਂਗਾ। ਕਈ ਦਿਨ ਲੰਘ ਗਏ ਪਰ ਤੰਨੇ ਨੇ ਹੱਥ ਨਹੀਂ ਛੱਡਿਆ। ਉਸ ਦੀ ਸ਼ਰਧਾ ਭਗਤੀ ਅਤੇ ਸਮਰਪਣ ਦੀ ਭਾਵਨਾ ਤੋਂ ਖੁਸ਼ ਹੋ ਕੇ ਆਪ ਭਗਵਾਨ ਮਨੁੱਖ ਰੂਪ ਵਿੱਚ ਪ੍ਰਗਟ ਹੋਏ ਤੇ ਭੋਜਨ ਕੀਤਾ। ਜੋ ਵੀ ਕੰਮ ਤੰਨੇ ਨੇ ਕਿਹਾ ਉਹ ਸਾਰਾ ਕੰਮ ਕਰਨਹਾਰ ਭਗਵਾਨ ਆਪ ਸਿਰੇ ਚੜਾਉਂਦੇ ਰਹੇ। ਭਾਈ ਤੰਨੇ ਦੇ ਯਕੀਨ ਅਤੇ ਭਰੋਸੇ ਨੂੰ ਫਲ ਲੱਗਾ। ਉਸਨੇ ਭਗਵਾਨ ਨੂੰ ਪਾ ਲਿਆ। ਭਗਵਾਨ ਭਾਈ ਤੰਨੇ ਦਾ ਹੋ ਗਿਆ। ਇਸ ਸਾਰੀ ਬਖਸ਼ਿਸ਼ ਵਾਸਤੇ ਭਾਈ ਤੰਨਾ ਪੰਡਤ ਤਿਰਲੋਚਨ ਦੇ ਘਰ ਧੰਨਵਾਦ ਕਰਨ ਲਈ ਗਿਆ ਅਤੇ ਉਸ ਨੂੰ ਸਾਰੀ ਬੀਤੀ ਦੱਸੀ। ਪੰਡਤ ਤਿਰਲੋਚਨ ਦੇ ਮਨ ਵਿੱਚ ਵੀ ਭਗਵਾਨ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ। ਉਹ ਤੰਨੇ ਦੇ ਨਾਲ
ਉਸਦੇ ਖੇਤ 'ਤੇ ਗਿਆ, ਪਰ ਉਸਨੂੰ ਕਿਧਰੇ ਭਗਵਾਨ ਜੀ ਨਜ਼ਰ ਨਾ ਆਏ। ਉਸਨੇ ਧੰਨੇ ਨੂੰ ਆਪਣੀ ਔਂਕੜ ਦੱਸੀ ਅਤੇ ਬੇਨਤੀ ਕੀਤੀ ਕਿ ਤੁਸੀਂ ਭਗਵਾਨ ਪਾਸ ਬੇਨਤੀ ਕਰੋ ਕਿ ਉਹ ਮੈਨੂੰ ਵੀ ਦਰਸ਼ਨ ਦੇਣ। ਭਾਈ ਧੰਨੇ ਦੀ ਬੇਨਤੀ ਕਰਨ 'ਤੇ ਭਗਵਾਨ ਜੀ ਨੇ ਉਸ ਨੂੰ ਦੱਸਿਆ ਕਿ ਇਸ ਪੰਡਤ ਪਾਸ ਸ਼ਰਧਾ, ਭਗਤੀ ਅਤੇ ਸਮਰਪਣ ਦੀ ਭਾਵਨਾ ਨਹੀਂ ਹੈ, ਇਸੇ ਲਈ ਇਸ ਨੂੰ ਦਰਸ਼ਨ ਨਹੀਂ ਹੋ ਸਕਦੇ। ਭਾਈ ਧੰਨੇ ਨੇ ਸਾਰੀ ਗੱਲ ਪੰਡਤ ਤ੍ਰਿਲੋਚਨ ਜੀ ਨੂੰ ਦੱਸੀ ਤਾਂ ਉਸਨੇ ਭਾਈ ਧੰਨੇ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਅਤੇ ਫਿਰ ਸੱਚੇ ਮਨ ਨਾਲ ਪ੍ਰਭੂ ਭਗਤੀ ਵੀ ਕੀਤੀ ਅਤੇ ਆਪਣਾ ਸਭ ਕੁਝ ਤਨ ਮਨ ਧਨ ਪ੍ਰਭੂ 'ਤੇ ਅਰਪਣ ਕਰ ਦਿੱਤਾ, ਤਾਂ ਉਸ ਨੂੰ ਵੀ ਭਗਵਾਨ ਦੇ ਦਰਸ਼ਨ ਹੋ ਗਏ। ਭਾਈ ਧੰਨੇ ਦੀ ਸਾਖੀ ਸੁਣ ਕੇ ਗੋਪੀ ਚੰਦ ਨੇ ਕਿਹਾ, ਤੁਸਾਂ ਬੜੀ ਚੰਗੀ ਦਲੀਲ ਦਿੱਤੀ ਹੈ, ਪਰ ਅਸਲ ਗੱਲ ਭਗਵਾਨ 'ਤੇ ਪੂਰੇ ਅਤੇ ਸੱਚੇ ਭਰੋਸੇ ਦੀ ਹੈ। ਭਾਈ ਧੰਨੇ ਦੀ ਸਾਖੀ ਸੁਣ ਕੇ ਗੋਪੀ ਚੰਦ ਨੇ ਕਿਹਾ, ਤੁਸਾਂ ਬੜੀ ਚੰਗੀ ਦਲੀਲ ਦਿੱਤੀ ਹੈ, ਪਰ ਅਸਲ ਗੱਲ ਭਗਵਾਨ 'ਤੇ ਪੂਰੇ ਅਤੇ ਸੱਚੇ ਭਰੋਸੇ ਦੀ ਹੈ। ਜਿਸ ਭਗਵਾਨ ਦੀ ਪ੍ਰਾਪਤੀ ਭਾਈ ਧੰਨੇ ਨੂੰ ਹੋਈ ਹੈ, ਉਸ ਦੀ ਪ੍ਰਾਪਤੀ ਉਸ ਦੇ ਮਿੱਤਰ ਪੰਡਤ ਨੂੰ ਨਹੀਂ ਹੋਈ ਸੀ। ਦੂਜੇ ਪਾਸੇ ਪੰਡਤ ਨੇ ਤਾਂ ਭਾਈ ਧੰਨੇ ਨੂੰ ਠਾਕਰ ਨਹੀਂ ਦਿੱਤਾ, ਠਾਕਰ ਕਹਿ ਕੇ ਵਾਧੂ ਪਏ ਪੱਥਰ ਨੂੰ ਦਿੱਤਾ ਹੈ ਅਤੇ ਉਸ ਤੋਂ ਗਊ ਵੀ ਠੱਗ ਲਈ ਹੈ। ਭਾਈ ਗੋਪੀ ਚੰਦ ਨੇ ਉਹਨਾਂ ਨੂੰ ਸਮਝਾਇਆ, ਭਗਵਾਨ ਹਰ ਜਗ੍ਹਾ ਹਰ ਵਕਤ ਹਾਜ਼ਰ ਨਾਜ਼ਰ ਰਹਿੰਦਾ ਹੈ। ਉਹ ਸੰਸਾਰ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ, ਪਰ ਉਸ ਦੀ ਪ੍ਰਾਪਤੀ ਸੱਚੀ ਸ਼ਰਧਾ ਅਤੇ ਨਿਸ਼ਕਾਮ ਭਗਤੀ, ਸਤਿਗੁਰੂ ਦੀ ਬਖਸ਼ਿਸ਼ ਤੇ ਸਤ ਸੰਗਤ ਰਾਹੀਂ ਹੁੰਦੀ ਹੈ। ਫਿਰ ਭਾਈ ਗੋਪੀ ਚੰਦ ਨੇ ਦੱਸਿਆ ਕਿ ਭਗਤ ਕਬੀਰ ਜੀ ਦੀ ਜ਼ਿੰਦਗੀ ਦੀ ਇੱਕ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੇ ਰੂਪ ਵਿੱਚ ਦਰਜ ਹੈ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜਿਉ, ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਉ। ਇਸ ਦੁਪਦੇ ਨੂੰ ਸੁਣ ਕੇ ਭਾਈ ਗੋਪੀ ਚੰਦ ਨੂੰ ਉਸ ਦੇ ਸੰਬੰਧੀਆਂ ਨੇ ਕਿਹਾ, ਤੂੰ ਸਾਨੂੰ ਇਸ ਦੇ ਅਰਥ ਸਮਝਾ ਤਾਂ ਜੋ ਅਸੀਂ ਕੁਝ ਸਮਝ ਸਕੀਏ। ਭਾਈ ਗੋਪੀ ਚੰਦ ਨੇ ਕਿਹਾ, ਇੱਕ ਦਿਨ ਭਗਤ ਕਬੀਰ ਜੀ ਇਸ਼ਨਾਨ ਲਈ ਗੰਗਾ ਜੀ ਵੱਲ ਜਾ ਰਹੇ ਸਨ। ਉਹਨਾਂ ਇੱਕ ਮਾਲਣ ਨੂੰ ਫੁੱਲ ਅਤੇ ਪੱਤੀਆਂ ਤੋੜਦਿਆਂ ਦੇਖ ਕੇ ਕਿਹਾ, ਤੂੰ ਇਹ ਕੀ ਕਰ ਰਹੀ ਹੈ? ਮਾਲਣ ਨੇ ਉੱਤਰ ਦਿੱਤਾ, ਇਹ ਤੁਲਸੀ ਦੇ ਪੱਤੇ ਅਤੇ ਇਹ ਫੁੱਲ ਠਾਕੁਰਾਂ 'ਤੇ ਚੜਾਉਣ 'ਤੇ ਨਿਮਿਤ ਤੋੜ ਰਹੀ ਹਾਂ। ਇਹ ਸੁਣ ਕੇ ਭਗਤ ਕਬੀਰ ਜੀ ਨੇ ਉਸ ਨੂੰ ਇਉਂ ਸਮਝਾਇਆ, ਇਹਨਾਂ ਪੱਤੀਆਂ ਅਤੇ ਫੁੱਲਾਂ ਵਿੱਚ ਜੀਉ ਹੈ ਅਤੇ ਜਿਸ ਠਾਕੁਰ 'ਤੇ ਚੜਾਉਣ ਲਈ ਤੂੰ ਇਹਨਾਂ ਨੂੰ ਤੋੜਿਆ ਹੈ, ਉਹ ਤਾਂ ਨਿਰਜੀਉ ਹੈ। ਭਗਤ ਕਬੀਰ ਅਗਾਹਾਂ ਲਿਖਦੇ ਹਨ, ਭੁਲੀ ਮਾਲਨੀ ਹੈ ਦਿਓ, ਸਤਿਗੁਰ ਜਾਗਤਾ ਹੈ ਦਿਓ, ਭੁਲੀ ਮਾਲਨੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। हे ਮਾਲਨ, ਤੂੰ ਭੁੱਲੀ ਹੋਈ ਹੈ, ਸਤਿਗੁਰ ਦੇਵ ਤਾਂ ਜਾਗਦੀ ਜੋਤ ਹਨ।
ब्रह्मपाती बिसन डारी पूल शंकर देओ, तीन देव पर तख तोरै करै किसकी सेओ। हे मालन, शास्त्रां अनुसार ਤਿੰਨ ਮੁਖੀ ਦੇਵਤੇ ਹਨ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਬ੍ਰਹਮਾ ਜੀ ਦਾ ਪਤੀਆਂ ਵਿੱਚ ਨਿਵਾਸ ਹੈ, ਵਿਸ਼ਨੂੰ ਜੀ ਦਾ ਟਹਿਣੀਆਂ ਵਿੱਚ, ਵਿਸ਼ਨੂੰ ਜੀ ਟਹਿਣੀਆਂ ਵਿੱਚ ਵਸਦੇ ਹਨ ਅਤੇ ਸ਼ੰਕਰ ਜੀ ਦਾ ਨਿਵਾਸ ਫੁੱਲ ਹਨ। ਤੂੰ ਇਹਨਾਂ ਦੇਵਤਿਆਂ ਨੂੰ ਪ੍ਰਤੱਖ ਤੋੜ ਰਹੀ ਹੈ, ਤੂੰ ਕਿਸ ਦੀ ਸੇਵਾ ਕਰ ਰਹੀ ਹੈ? पाखान गढ़ कै मूरत कीनी, दे कै छाती पाओ, जे ए मूरत साची है तो गढ़न हारै खाओ। हे मालन, पत्थर नूं कढ़ के ਅਤੇ ਛਾਤੀ ਉੱਤੇ ਪੈਰ ਰੱਖ ਕੇ ਕੜਨਹਾਰ ਮੂਰਤੀਕਾਰ ਨੇ ਇਸ ਮੂਰਤੀ ਨੂੰ ਤਿਆਰ ਕੀਤਾ। ਜੇ ਇਹ ਮੂਰਤ ਸੱਚੀ ਹੁੰਦੀ ਤਾਂ ਇਹ ਕੜਨਹਾਰੇ ਕਾਰੀਗਰ ਨੂੰ ਵੀ ਖਾ ਜਾਂਦੀ। ਜੇ ਇਹ ਮੂਰਤ ਸੱਚੀ ਹੁੰਦੀ ਤਾਂ ਇਹ ਕੜਨਹਾਰੇ ਕਾਰੀਗਰ ਨੂੰ ਵੀ ਖਾ ਜਾਂਦੀ। ਕਬੀਰ ਜੀ ਨੇ ਅੱਗੇ ਮਾਲਨ ਨੂੰ ਇਸ ਤਰ੍ਹਾਂ ਹੋਰ ਕਿਹਾ, ਪਾਤ ਪਹਿਤ ਅਰਲਾਪ ਸੀ ਕਰ ਕਰਾ ਕਾ ਸਾਰ, ਪੋਗਨ ਹਾਰੇ ਪੋਗਿਆ ਇਸ ਮੂਰਤ ਕੇ ਮੁਖ ਛਾਰ। हे ਮਾਲਨ, ਜਿਸ ਵੇਲੇ ਇਹ ਮੂਰਤੀ ਨੂੰ ਭੋਗ ਲਾਈਦਾ ਹੈ, ਜਿਸ ਵੇਲੇ ਇਸ ਮੂਰਤੀ ਨੂੰ ਭੋਗ ਲਾਈਦਾ ਹੈ, ਉਸ ਦੇ ਅੱਗੇ ਰਿੰਨੇ ਹੋਏ ਚਾਵਲ, ਦਾਲ, ਦਲੀਆ, ਪਾਪੜ, ਪੰਜੀਰੀ ਇਤਿਆਦਿ ਰੱਖ ਜਾਂਦੇ ਹਨ। ਉਹਨਾਂ ਨੂੰ ਖਾਵਣ ਵਾਲਾ ਪੁਜਾਰੀ ਇਹਨਾਂ ਚੀਜ਼ਾਂ ਨੂੰ ਮੂਰਤੀ ਦੇ ਮੁਖ ਲਾਉਣ ਦਾ ਵਿਖਾਵਾ ਕਰਕੇ ਆਪ ਇਹਨਾਂ ਨੂੰ ਖਾਂਦਾ ਹੈ। ਮੂਰਤੀ ਦੇ ਮੁਖ ਨਾਲ ਮਿੱਠਾ ਲੱਗ ਜਾਂਦਾ ਹੈ ਤਾਂ ਪੁਜਾਰੀ ਉਸ ਨੂੰ ਛਾਰ ਨਾਲ ਸਾਫ਼ ਕਰਦਾ ਹੈ ਤਾਂ ਜੋ ਕੀੜੇ ਮਕੌੜੇ ਮਿੱਠੇ ਕਰਕੇ ਮੂਰਤੀ ਦੇ ਮੂੰਹ 'ਤੇ ਨਾ ਆ ਬੈਠਣ। ਭਾਈ ਗੋਪੀ ਚੰਦ ਜੀ ਨੇ ਆਪਣੇ ਸੰਬੰਧੀਆਂ ਨੂੰ ਦੱਸਿਆ ਕਿ ਭਗਤ ਕਬੀਰ ਜੀ ਮਾਲਨ ਨੂੰ ਅੱਗੇ ਹੋਰ ਕਹਿੰਦੇ ਹਨ, ਮਾਲਨ ਪੂਲੀ ਜਗ ਪੁਲਾਨਾ, ਹਮ ਪੁਲਾਨੇ ਨਾਹੇ, कहो कबीर हम राम राखे, कृपा कर हर राय। भाई गोपी चंद जी ने अपने संबंधियों ਨੂੰ ਦੱਸਿਆ कि कबीर जी कहते हैं, मालन भी भुल गई, जगत भी भुल गया, परंतु असी नहीं भुले। साड़ी ये रखिया उस राम ने आप कीती है, उसने ही साढ़े ते किरपा कीती है। सो सजनों, जिस तरह कबीर ने मालन ਨੂੰ उपदेश दिता सी, उसे तरह जागदी जोत श्री सतगुरु भगवान दास जी ਨੂੰ मिल के नामदान की प्राप्ति करो, भजन सिमरन करो, ਤਾਂ जो आप सब दा निस्तारा हो जाए। इस तरह भाई गोपी चंद ने उन्होंने उपदेश दिता। उस पार ब्रह्म परमेश्वर रूप श्री सतगुरु भगवान दास जी तो जाके नाम की दात की मंग करो अते उन्हां दियां रहणियां अनुसार भजन सिमरन करो, तां जो तुसां दा निस्तारा हो जाए। कलयुग केवल नाम आधारा, सिमर सिमर नर उतरै पारा। कलयुग केवल नाम आधारा, सिमर सिमर नर
ਉਤਰੈ ਪਾਰਾ। ਇਹ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਦਾ ਨਿਸ਼ਕਰਸ਼ ਸਾਰਾਂਸ਼ ਹੈ। ਇਸ ਲਈ ਨਾਮ ਜਪੋ। ਰਾਮਾਇਣ ਵਿੱਚ ਵੀ ਗੁਸਾਈ ਤੁਲਸੀਦਾਸ ਜੀ ਨੇ ਇਹੀ ਉਪਦੇਸ਼ ਦਿੱਤਾ ਹੈ। ਭਾਈ ਗੋਪੀ ਚੰਦ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਜਿਹੜੇ ਸੰਬੰਧੀ ਤੇ ਗੁਆਂਢੀ ਉਹਨਾਂ ਨੂੰ ਠਾਕੁਰਾਂ ਦੀ ਪੂਜਾ ਦੀ ਸਿੱਖਿਆ ਦੇਣ ਆਏ ਸਨ, ਉਹਨਾਂ ਨੇ ਭਾਈ ਗੋਪੀ ਚੰਦ ਨੂੰ ਵੀ ਬੇਨਤੀ ਕੀਤੀ, ਸਾਨੂੰ ਵੀ ਤੁਸੀਂ ਆਪਣੇ ਸਤਿਗੁਰੂ ਸਾਹਿਬ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਲੈ ਚੱਲੋ, ਤਾਂ ਜੋ ਉਹਨਾਂ ਤੋਂ ਨਾਮ ਦੀ ਦਾਤ ਦੀ ਪ੍ਰਾਪਤੀ ਕਰਕੇ ਅਸੀਂ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਅਗਲੇ ਦਿਨ ਭਾਈ ਗੋਪੀ ਚੰਦ ਉਹਨਾਂ ਨੂੰ ਕੈਮਲਪੁਰ ਲੈ ਗਏ ਅਤੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਤੋਂ ਨਾਮ ਦੀ ਦਾਤ ਦੀ ਬਖਸ਼ਿਸ਼ ਕਰਵਾ ਕੇ ਉਹਨਾਂ ਦਾ ਕਲਿਆਣ ਕਰਵਾਇਆ। ਸਾਰੇ ਸਾਕਾ ਸੰਬੰਧੀਆਂ ਅਤੇ ਗੁਆਂਢੀਆਂ ਨੇ ਭਾਈ ਗੋਪੀ ਚੰਦ ਨੂੰ ਬੇਨਤੀ ਕੀਤੀ, ਅਸੀਂ ਤੁਹਾਡਾ ਉਪਕਾਰ ਕਦੇ ਵੀ ਨਹੀਂ ਭੁੱਲ ਸਕਦੇ। ਤੁਸਾਂ ਸਾਨੂੰ ਕੇਵਲ ਸੱਚੇ ਮਾਰਗ ਦੀ ਸੋਝੀ ਹੀ ਨਹੀਂ ਕਰਵਾਈ, ਬਲਕਿ ਨਾਮ ਦੀ ਦਾਤ ਵੀ ਸਤਿਗੁਰਾਂ ਤੋਂ ਬਖਸ਼ਿਸ਼ ਕਰਵਾਈ ਹੈ। ਟੋਪੀ ਵਾਪਸ ਆ ਕੇ ਵੀ ਉਹ ਨਿਤਨੇਮ ਵਾਂਗ ਭਾਈ ਗੋਪੀ ਚੰਦ ਤੋਂ ਕਥਾ ਸੁਣਦੇ ਅਤੇ ਉਸ ਦੇ ਸੁਭਾਅ ਵਿਚਾਰਾਂ ਰਾਹੀਂ ਅਤੇ ਉਸ ਦੇ ਸ਼ੁਭ ਵਿਚਾਰਾਂ ਰਾਹੀਂ ਪ੍ਰੇਰਿਤ ਹੋ ਕੇ ਨਾਮ ਸਿਮਰਨ ਕਰਕੇ ਆਪਣੇ ਜੀਵਨ ਨੂੰ ਸੁਫਲਾ ਕਰਦੇ। ਸਾਰੇ ਸਾਕਾ ਸੰਬੰਧੀਆਂ ਅਤੇ ਗੁਆਂਢੀਆਂ ਨੇ ਭਾਈ ਗੋਪੀ ਚੰਦ ਨੂੰ ਬੇਨਤੀ ਕੀਤੀ, ਅਸੀਂ ਤੁਹਾਡਾ ਉਪਕਾਰ ਕਦੇ ਵੀ ਨਹੀਂ ਭੁੱਲ ਸਕਦੇ। ਤੁਸਾਂ ਸਾਨੂੰ ਕੇਵਲ ਸੱਚੇ ਮਾਰਗ ਦੀ ਸੋਝੀ ਹੀ ਨਹੀਂ ਕਰਾਈ, ਬਲਕਿ ਨਾਮ ਦੀ ਦਾਤ ਵੀ ਸਤਿਗੁਰਾਂ ਤੋਂ ਬਖਸ਼ਿਸ਼ ਕਰਵਾਈ ਹੈ। ਟੋਪੀ ਵਾਪਸ ਆ ਕੇ ਵੀ ਉਹ ਨਿਤਨੇਮ ਵਾਂਗ ਭਾਈ ਗੋਪੀ ਚੰਦ ਤੋਂ ਕਥਾ ਸੁਣਦੇ ਅਤੇ ਉਸ ਦੇ ਸ਼ੁਭ ਵਿਚਾਰਾਂ ਰਾਹੀਂ ਪ੍ਰੇਰਿਤ ਹੋ ਕੇ ਨਾਮ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ। ਸਾਖੀ ਪੂਰੀ ਹੋਈ। राम गले मल्ला तीजा आनंद एक ओंकार सतगुरु करतार आनंद पिया मेरी माए सतगुरु मैं पाया सतगुर का पाया सैसित मन वजिया वदाया राग रतन परवार परियां सबद का बनया शब्दो टगावो हरि केरा मन जिने वसाया कहे नानक आनंद होवा सतगुरु मैं पाया ए मन मेरे तू सदा रो हर नाल रो तू मन मेरे दुख सब वितारना अंगीकारो करे तेरा कार्य सब सवार सबना गला समरथ स्वामी शोक मनो विसारे कहे नानक मन में सदा रो हर नाल साचे साहिबा क्या नहीं करते रे करता तेरे सब कुछ है जिस दे सो पावै सदा सिफत ना तेरी नाम मन वसावै नाम जिनके मन वसिया वाजे शब्द कनेरे कहे नानक सच्चे साच क्या नहीं कर तेरे साचा नाम मेरा आधारो सच नाम आधार मेरा जिन भुखा सब गवाए कर सांस सुख मन आय वसिया जिन इच्छा सब पूजाए सदा कुर्बान की ठाकुर बेटो जिस दिया है वड्याई कहे नानक सोनो संतो सब तरो पेया साचा नाम मेरा आधारो वाजे पंचबते कार सौभाग्य सबट वाजे करला जित कर तारिया पांडु तुदवत कीते काल कंटक मार दुर्कर्म पाया तो जिनको के नाम हर के कहे नानक तैं सुखियो वाचित कर अनहद वाजे अनंत नो वड भागियो सगल मनोरथ पूरे पार ब्रह्म पाया उतरे सगल वसूरे
दुख रोग संताप उतरे सुनी सच्ची बाणी संत साजन भय सरते पूरे गुरते जा सुनते पुनित कहते पवे सतगुर रहा भरपूर बिन वंदन गोचरण लाग वाजे अन तुरे सलोक पवन गुरु पाणी पिता माता तत्मात देवतरा दो दाए दाए खेला सगल जगात चंगिया बुरिया वाचा धर्म अधूर कर्मी आपो आपनी के नेड़े के दूर जिन्नी नाम ते आया गए मस्कत काल नानक ते मुख उजले केती छुट्टी नाल जिन्नी नाम ते आया गए मस्कत काल नानक ते मुख उजले केती छुट्टे नाल तुद आगे यार दास हमारी जियो पिंड सब तेरा प्यारिया कहो नानक सब तेरी वड्याई कोई न जाने मेरा सतगुरु ओ नानक सब तेरी आए कोई नाम न जाने मेरा सतगुरु एक ओंकार सतगुर प्रसाद अरदास तुद आके अरदास हमारी जियो पिंड सब तेरा कोह नानक सब तेरी वड्याई कोई नाम न जाने मेरा आद निरंकार जी सिमर कै गुरु नानक ले ते आए फिरंगा ते गुरु अमरदास रामदास ते होए सहाय अर्जन हर गोविंदन सिमरो श्री हर राय श्री हर कृष्ण ते आइए जे डिठे सब दुख जाए एक बहादुर सिमरिया घर नो नित आवे ताए साफ थाई होना ताए दसवें पातशाह श्री गुरु गोबिंद सिंह जी महाराज साफ थाई होना ताए धन धन साहब श्री गुरु ग्रंथ साहब जी आप जी की महिमा कही न जाए धन धन सतगुरु बालक सिंह साहब जी का धंधा मार्ग दिया बताए धन धन सतगुरु संगता साहब जी सतगुरु राम सिंह साहब जी का नाम दिया वर्ताए धन धन सतगुरु नारायण दास साहब जी जिन जम तो लिया छड़ाए धन धन सतगुरु साधु राम साहब जी जिन चरनी लिया लगाए धन धन सतगुरु भगवान दास साहब जी जो अंते हुए सहाय धन धन सतगुरु सेवा राम साहब जी जो अंग संग होए सहाय अंतरजामी सतगुरु जियो हाजरा हजूरो जारा जुहूरो सर्व कलाता पूरनो पातशाह जियो इस वक्त आप बखेटे रहमत करो अमृत तो लैके हुण तक अपने सोहने दरबार सजा के सरबत साथ संगत नूं दर्शन दे के निहाल करो आप जी दा कोटंग धन्यवाद है आप जी दे भाणे अंदर चार पैर रात सुख और शांता तीत हुई है आप जी दे भाणे अंदर चार पैर दिन आया है आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी असी कलयुग जीवा खिन खिन बोलने हारा रोम रोम गुनागारा ना भुलनी ना भुलावी ना विसरी ना विसारी ओ काम करवाने जो आप जी नूं भावण ओ काम ना खुआने जो आप तो बेमुख होण अंतरजामी सतगुर जियो आप जी ने बख्शिश रहमत कृपा कीती है हो मूर्ख कारे लाहिया नानक हर कमे पातशाह जियो अमृत तो लैके हुण तक आप जी दे सोहणे सठ दरबार अंदर दोवान सजे हन सजे दोवान अंदर जप प्रयोग नूं मुख रखते हुए नितनेम वरनी साहब जी होए हन तारिया जहान लिया विमान जिन्नी दर्शन पाया जिन्नी तुनू धन किया तिन मन नेड़ न आया
ਗੁਰ ਵਿਦੇਸ਼ਾਂ ਦੇ ਪਾਠ ਹੋਏ ਹਨ। ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਹਨ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ, ਆਪ ਦਾ ਜੀਵਨ ਚਰਿਤ ਗੁਰ ਇਤਿਹਾਸ ਹੋਇਆ ਹੈ। ਆਨੰਦ ਸਾਹਿਬ 6 ਪੌੜੀਆਂ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ, ਬਾਣੀ ਸੁਣਦਿਆਂ ਹੋਇਆਂ ਬੱਚਿਆਂ ਸੇਵਕਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤੇ ਬੇਅਦਬੀਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਅੱਗੋਂ ਤੋਂ ਸਮਤ ਬਖਸ਼ਣੀ, ਸ਼ੁੱਧ ਬਾਣੀ ਪੜ੍ਹਨ ਦੀ ਬਲ, ਉਦਮ, ਉਤਸ਼ਾਹ ਤੇ ਪਿਆਰ ਬਖਸ਼ਣਾ। ਆਈ ਹੋਈ ਸਬਤ ਸਾਧ ਸੰਗਤ ਦੇ ਕਾਰਜ ਰਾਸ ਕਰਨੇ, ਕਦਮ ਲੇਖੇ ਲਾਵਣੇ, ਗਾਵਿਆ ਸੁਣਿਆ ਸਾਈਂ ਪਾਉਣਾ। ਸਾਹਿਬ ਜੀਓ, ਅਰਦਾਸ ਤੇ ਬੇਨਤੀ ਹੈ, ਆਪ ਜੀ ਦਾ ਮਹਾਨ ਫਰਮਾਨ ਹੈ। ਸਤਿਗੁਰੂ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਅਰ ਸ਼ੋਭਾ, ਚਿੰਤਾ ਲਾਇ ਅਮਾਰੀ ਰਾਹੋ, ਅਵਰ ਨ ਸੂਝੈ ਦੂਜੀ ਠਾਇਰ, ਹਾਰ ਪਰੋ ਤੋ ਦੁਆਰੇ, ਲੇਖਾ ਛੋਟ ਅਲੇਖਾ ਛੂਟੈ, ਹਮ ਨਿਰਗੁਣ ਲਿਓ ਉਬਾਰੀ, ਸਤ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਨ ਪਾਤਸ਼ਾਹ ਪਰਿਓ, ਰਾਖ ਲਿਓ ਉਹ ਬਾਰੀ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਤੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੈ, ਇਆਂ ਉਵਾਂ ਸੱਚ ਹੋਵੈ। ਸ਼ਬਦ ਨੂੰ ਮੁਖ ਦੇ ਪਾਤਸ਼ਾਹ ਜੀਓ, ਜੋ ਜੋ ਮਾਈ ਭਾਈ ਆਪ ਜੀ ਦੇ ਸੋਹਣੇ ਸੱਚਖੰਡ ਦਰਬਾਰ ਅੰਦਰ ਅਰਦਾਸਾਂ ਤੇ ਬੇਨਤੀਆਂ ਕਰ ਹਨ। ਸਰਬੱਤ ਸਾਧ ਸੰਗਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ। ਸਰਬੱਤ ਸਾਧ ਸੰਗਤ ਨੂੰ ਨਾਮ, ਦਾਨ, ਇਸ਼ਨਾਨ, ਚਾਹ ਪਦਾਰਥ ਬਣ ਕੇ ਆਦੀਆਂ ਬਿਆਦੀਆਂ ਉਪਾਜੇ ਬਚਾ ਕੇ ਚਰਨਾਂ ਦਾ ਪਿਆਰ ਬਖਸ਼ਣਾ, ਸਾਧ ਸੰਗਤ ਦੀ ਸੇਵਾ ਬਖਸ਼ਣੀ, ਮਨ ਨੀਵਾ ਮੱਤ ਉੱਚੀ ਬਖਸ਼ਣੀ, ਮਿਹਰ ਭਰਿਆ ਹੱਥ ਤਗਣਾ, ਸਭ ਤੇ ਉਤਮ ਹਰ ਕੀ ਇਕੱਠਾ, ਨਾਮ ਸੁਣ ਦਰਦ ਦੁਖ ਲੱਥਾ, ਸ਼ਬਦ ਨੂੰ ਮੁਖ ਰੱਖਦੇ ਹੋਏ ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ, ਆਪ ਤੋਂ ਆਗਿਆ ਲੈ ਕੇ ਆਪ ਦੇ ਸੋਹਣੇ ਸਰੂਪ ਪੋਤੀ ਸਾਹਿਬ ਦਾ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਸੀ। ਉਪਰੰਤ ਆਪ ਜੀ ਦਾ ਜੀਵਨ ਚਰਿਤ ਗੁਰ ਇਤਿਹਾਸ ਹੋਇਆ ਹੈ। ਇਸ ਵਕਤ ਆਪ ਤੋਂ ਆਗਿਆ ਲੈ ਕੇ ਆਪ ਦੇ ਸਰੂਪ ਪੋਤੀ ਸਾਹਿਬ ਦਾ ਪਾਤਸ਼ਾਹ ਜੀਓ ਸੇਵਾ ਹੋਏਗੀ, ਸੁਹਾਰਾ ਸਾਹਿਬ ਹੋਏਗਾ। ਆਗਿਆ ਤੇ ਪ੍ਰਵਾਨਗੀ ਬਖਸ਼ਣੀ, ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਕਿਰਪਾ ਕਰਨੀ, ਆਪ ਅਤੇ ਆਪਣੇ ਨਿਜ ਸਥਾਨ 'ਤੇ ਜਾਣ ਦੀ ਕਿਰਪਾਲਤਾ ਕਰਨੀ, ਪਰਿਵਾਰ ਨੂੰ ਅਤੇ ਸਾਧ ਸੰਗਤ ਨੂੰ ਹਰ ਪ੍ਰਕਾਰ ਦੀਆਂ ਸਦਾ ਵਾਸਤੇ ਖੁਸ਼ੀਆਂ ਦੀ ਦਾਤ ਬਖਸ਼ਣੀ। ਉਹ ਪ੍ਰਣ ਕੀਰਤਨ ਦਰਬਾਰ ਸਜਣਗੇ, ਆਗਿਆ ਤੇ ਪ੍ਰਵਾਨਗੀ ਬਖਸ਼ਣੀ, ਰਾਗੀ ਸਿੰਘਾਂ ਦੇ ਕੰਠ ਰਸੀਲੇ ਕਰਨੇ, ਆਪਣੀ ਸੇਵਾ ਆਪ ਜਾਣੀ, ਆਪਣੇ ਕਾਰਜ ਆਪ ਸਵਾਰਨੇ। ਆਪ ਜੀ ਦੇ ਭਰਖੇ ਜਾਣ 'ਚੋਂ ਕਲਾਪ ਚਾ ਦੇਗਾ ਹਾਜ਼ਰ ਹੈ। ਆਪ ਜੀ ਰਤਨੀ ਲਾਇਕ ਹੋਵੇ, ਆਪ ਜੀ ਦਾ ਤੀਤ ਪ੍ਰਚਾਰ ਸਬਤ ਸਾਧ ਸੰਗਤ ਤੇ ਵਰਤੇ, ਸਹੀ ਸੱਜਣ ਮੇਲ ਨੇ ਜਿੰਨਾ ਮਿਲਿਆ ਆਪ ਜੀ ਦਾ ਸੋਹਣਾ ਪਵਿੱਤਰ ਨਾਮ ਚਿਤ ਆਵੇ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। रस चाके उठ गई जी संत दर आया, सर्ब सुख नानक दे पाया, उठ गए जी सहमानदार आया, सर्ब सुख सतगुरु तारे जान ले आया बेमान,
जिने दर्शन पाया जिने तुझनू धन किया तेने जम नेड़े ना आया तारिया जान लिया अभिमान जिने दर्शन पाया जिने तुझनू धन किया तेने जम नेड़े ना आया तारिया जान लिया अभिमान जिने दर्शन पाया जिने तुझनू धन किया तेने जम नेड़े ना तारिया जान लिया अभिमान जिने दर्शन पाया जिने तुझनू धन किया तेने जम नेड़े ना जिने तुझनू धन किया तेने जम नेड़े ना साटे गोरे पाच बेनंदियां मिल नाम अतारा टूटा सच्चा पातशाह ताप गया संसारा मैं नहीं के हो नहीं के आए न मोरा ओ तर लज्जा राख ले सजना जन तोरा फिरत फिरत प्रभ आया परया तो तरनाए नानक की प्रभ बेनती अपनी भगति लाए नानक की प्रभ बेनती अपनी भगति लाए जयश्री महला पंजवा कोई जन हर जो देव जोर चरण गोह बको तुब रचना दीज प्राण अकोर कोई जन हर जो देव जोर चरण गोह बको तुब रचना दीज प्राण अकोर राहो मन तन निर्मल करत के हारो हर चिंच सुधा संजोर या रात में मगन होट कृपाटे मां बिके हाट तोर आयो शरण दीन दुख पंजन चितवो तुमरी और अब पद दान सिमरन स्वामी को प्रभ नानक बंधन छोर आयो शरण दीन दुख पंजन चितवो तुमरी और अब पद दान सिमरन स्वामी को प्रभ नानक बंधन छोर बोले तो धन श्री गुरु नानक साहेब आप जी दी सदा ही जय धन धन सतगुरु बालक सिंह साहेब आप जी दी सदा ही जय धन धन सतगुरु संगदास साहेब आप जी दी सदा ही जय धन धन सतगुरु नारायण दास साहेब आप जी दी सदा ही जय धन धन सतगुरु साधु राम साहेब आप जी दी सदा ही जय धन धन सतगुरु भगवान दास साहेब आप